हाँ जी, ਮੇਰੇ ਵੱਲੋਂ ਜਾਣੀ ਕਿ ਜੀ ਗਿੱਲ ਵੱਲੋਂ ਤੁਹਾਡਾ ਮੇਰੇ ਹੀ ਸਟੱਡੀ ਚੈਨਲ 'ਤੇ ਆਉਣ 'ਤੇ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ। ਔਰ ਜਿਹੜੀ ਅੱਜ ਦੀ ਆਪਣੀ ਟੌਪਿਕ ਹੈ ਉਹ ਹੈਗਾ ਹੈ ਭਾਰਤ ਦਾ ਸੰਵਿਧਾਨਿਕ ਵਿਕਾਸ। ਭਾਰਤ ਦਾ ਸੰਵਿਧਾਨਿਕ ਵਿਕਾਸ ਇੰਗਲਿਸ਼ ਵਿੱਚ ਕਹਿ ਲਈਏ ਤਾਂ ਡਿਵੈਲਪਮੈਂਟ ਆਫ ਇੰਡੀਅਨ ਕਨਸਟੀਟਿਊਸ਼ਨਲ। ਭਾਰਤ ਦਾ ਸੰਵਿਧਾਨਿਕ ਵਿਕਾਸ। ਸੰਵਿਧਾਨਿਕ ਤੋਂ ਤੁਸੀਂ ਸਮਝਦੇ ਹੋਵੋਗੇ ਕਿ ਆਪਣੇ ਤੁਸੀਂ ਇੱਕ ਸੰਵਿਧਾਨ ਦੀ ਜਿਹੜੀ ਬੁੱਕ ਹੈ ਜਾਂ ਜੋ ਆਪਣਾ ਇੰਡੀਆ ਦਾ ਸੰਵਿਧਾਨ ਹੈ ਜੋ ਕਿ ਹੁਣ ਵੀ ਲਾਗੂ ਹੈ, ਉਹਦਾ ਜਿਹੜਾ ਵਿਕਾਸ ਹੈ ਉਹ ਕਿਵੇਂ ਹੌਲੀ ਹੌਲੀ ਉਹਦੀਆਂ ਜੜ੍ਹਾਂ ਕਿੱਥੋਂ ਸਟਾਰਟ ਹੋਈਆਂ। ਤਾਂ ਲੇਕਿਨ ਉਹ 26 ਨਵੰਬਰ ਜਿਹੜਾ 1949 ਨੂੰ ਆਪਣੇ ਵੱਲੋਂ ਅਪਣਾਇਆ ਗਿਆ ਹੈ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਉਸ ਤੋਂ ਪਹਿਲਾਂ ਜਿਹੜਾ ਉਹਦਾ ਵਿਕਾਸ ਹੈ, ਮਤਲਬ ਵੀ ਉਹਦਾ ਜਨਮ ਹੈ ਜਾਂ ਜਿਹੜੀ ਉਹਦੀ ਗਰੋਥ ਹੈ ਵੀ ਉਹ ਕਿੱਥੋਂ ਹੋਈ, ਉਹਦੇ ਰਿਲੇਟਡ ਜਿਹੜੀਆਂ ਅੱਜ ਆਪਾਂ ਵਿਸ਼ੇਸ਼ ਕਰਕੇ ਡਿਸਕਸ ਕਰਾਂਗੇ। ਔਰ ਮੈਂ ਆਸ ਵੀ ਕਰਦਾ ਹਾਂ ਕਿ ਮੈਂ ਤੁਹਾਨੂੰ ਕੁਝ ਬੈਟਰ ਦੇਣ ਦੀ ਕੋਸ਼ਿਸ਼ ਕਰੂੰਗਾ। ਔਰ ਦੂਸਰਾ, ਮੈਂ ਇਸ ਗੱਲ ਦਾ ਵੀ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਕਿਤੋਂ ਵੀ ਤੁਸੀਂ ਪੜ੍ਹ ਚੁੱਕੇ ਹੋ, ਪਰ ਲੇਕਿਨ ਤੁਹਾਨੂੰ ਇਸ ਕਲਾਸ ਦੇ ਵਿੱਚ ਕੁਝ ਨਾ ਕੁਝ ਨਵਾਂ ਸੁਣਨ ਨੂੰ, ਨਵੇਂ ਕੀ ਪੁਆਇੰਟ, ਨਵੇਂ ਤੁਹਾਡੀ ਕੋਈ ਨੌਲੇਜ, ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਊਗਾ। ਔਰ ਆਓ ਅੱਜ ਆਪਾਂ ਸ਼ੁਰੂ ਕਰਦੇ ਹਾਂ ਭਾਰਤ ਦਾ ਸੰਵਿਧਾਨਿਕ ਵਿਕਾਸ। ਇੱਕ ਆਮ ਜਿਹੇ ਇਨਸਾਨ ਨੂੰ ਵੀ ਜੇਕਰ ਪੁੱਛਿਆ ਜਾਵੇ ਕਿ ਭਾਰਤ ਦਾ ਸੰਵਿਧਾਨ ਕਿਵੇਂ ਤਿਆਰ ਹੋਇਆ, ਚਾਹੇ ਮੰਨ ਲਓ ਆਪਾਂ ਨੋਰਮਲ ਇਨਸਾਨ ਵੀ ਜਦੋਂ ਗੱਲਾਂ ਕਰਦੇ ਆ ਤਾਂ ਉਹ ਇੱਕ ਗੱਲ ਕਰਦੇ ਆ ਕਿ ਅੰਗਰੇਜ਼ੀ ਰਾਜ ਜਿਹੜਾ ਹੈ ਉਹ ਹੁਣ ਦੇ ਰਾਜ ਨਾਲੋਂ ਚੰਗਾ ਸੀ, ਕਿ ਹੁਣ ਤਾਂ ਕਾਲੇ ਅੰਗਰੇਜ਼ ਹੈ, ਪਹਿਲਾਂ ਗੋਰੇ ਅੰਗਰੇਜ਼ ਸੀ ਲੇਕਿਨ ਉਹ ਚੰਗੇ ਸੀ। ਔਰ ਕਿਸੇ ਵੀ ਨੋਰਮਲ ਪਰਸਨ ਵੀ ਇਹ ਗੱਲ ਕਹਿ ਦਿੰਦਾ ਕਿ ਅੰਗਰੇਜ਼ਾਂ ਦਾ ਰਾਜ ਜਾਂ ਅੰਗਰੇਜ਼ਾਂ ਦੀ ਗੁਲਾਮੀ ਸਾਨੂੰ ਚੰਗੀ ਸੀ। ਇਸ ਦੇ ਕਹਿਣ ਦਾ ਭਾਵ ਕਿ ਆਪਾਂ ਤਾਂ ਫਿਰ ਵੀ ਪੜ੍ਹੇ ਲਿਖੇ ਹਾਂ, ਪੜ੍ਹੇ ਲਿਖੇ ਦੇ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਪਤਾ ਹੈ ਕਿ ਅੰਗਰੇਜ਼ੀ ਜਿਹੜਾ ਸਮਰਾਜ ਹੈ ਉਹ ਤਕਰੀਬਨ 200 ਸਾਲ ਤੱਕ ਆਪਣੇ ਭਾਰਤ ਦੇ ਵਿੱਚ ਰਿਹਾ ਹੈ। ਅਨਪੜ੍ਹ ਇਨਸਾਨ ਵੀ ਇਹ ਗੱਲ ਕਰਦਾ ਹੈ ਕਿ ਲਗਭਗ ਅੰਗਰੇਜ਼ਾਂ ਨੇ 200 ਸਾਲ ਤੱਕ ਰਾਜ ਕੀਤਾ ਹੈ। ਔਰ ਫਿਰ ਉਹਨਾਂ ਨੇ ਹੌਲੀ ਹੌਲੀ ਵਿਕਾਸ ਕੀਤਾ ਹੈ, ਰੇਲਵੇ ਲਾਈਨਾਂ ਦਾ ਹੋ ਗਿਆ, ਡਾਕ ਘਰ ਦਾ ਹੋ ਗਿਆ, ਜੋ ਵੀ ਹੁਣ ਆਧੁਨਿਕ ਦੇ ਉਸ ਟਾਈਮ ਦੀਆਂ ਆਧੁਨਿਕ ਚੀਜ਼ਾਂ ਸੀਗੀਆਂ ਜੋ ਕਿ ਬ੍ਰਿਟੇਨ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬ੍ਰਿਟੇਨ ਜੋ ਕਿ ਇੱਕ ਉਦਯੋਗਿਕ ਕ੍ਰਾਂਤੀ ਵਜੋਂ ਵਿਕਸਿਤ ਮੰਨਿਆ ਜਾਂਦਾ ਸੀਗਾ, ਤਾਂ ਉੱਥੇ ਦਾ ਜਿਹੜਾ ਸੰਵਿਧਾਨਿਕ ਵਿਕਾਸ ਦੇ ਵਿੱਚ ਇੰਡੀਆ ਦੇ ਵਿੱਚ ਉੱਥੋਂ ਦੇ ਲੋਕਾਂ ਦਾ ਕਾਫੀ ਯੋਗਦਾਨ ਮੰਨਿਆ ਜਾਂਦਾ ਹੈ। ਔਰ ਵਿਦਵਾਨਾਂ ਨੇ ਵੀ ਮੰਨਿਆ ਹੈ ਕਿ ਜਿਹੜਾ ਇੰਡੀਅਨ ਭਾਰਤ ਦਾ ਸੰਵਿਧਾਨਿਕ ਵਿਕਾਸ ਹੈ ਉਹ ਅੰਗਰੇਜ਼ੀ ਸਮਰਾਜ ਦੇ ਅਧੀਨ ਹੋਇਆ ਹੈ ਅਤੇ ਜ਼ਿਆਦਾਤਰ ਜਿਹੜੀ ਦੇਣ ਹੈ ਉਹ ਬ੍ਰਿਟੇਨ ਨਿਵਾਸੀਆਂ ਦੀ ਮੰਨੀ ਜਾ ਰਹੀ ਹੈ। ਇਸੇ ਦੇ ਮਹੱਤਵ ਤੋਂ ਲੱਗ ਕੇ ਇੱਕ ਆਪਾਂ ਸੁਣਦੇ ਹਾਂ ਕਿ ਈਸਟ ਇੰਡੀਆ ਕੰਪਨੀ, ਕਿ ਕੰਪਨੀ ਹੈ ਜੋ ਕਿ ਇੰਡੀਆ ਦੇ ਵਿੱਚ ਵਪਾਰ ਕਰਨ ਆਈ ਸੀ। ਵਪਾਰ ਕਰਨ ਤੋਂ ਇਲਾਵਾ ਉਹ ਬਾਅਦ ਦੇ ਵਿੱਚ ਸ਼ਾਸਨ ਦੇ ਵਿੱਚ ਜਾਣੀ ਕਿ ਭਾਗ ਲੈ ਲੈਂਦੀ ਹੈ ਅਤੇ ਹੌਲੀ ਹੌਲੀ ਆਪਣੀ ਸੱਤਾ ਕਾਇਮ ਕਰ ਲੈਂਦੀ ਹੈ। ਇਸੇ ਤਰ੍ਹਾਂ ਜਿਹੜਾ ਭਾਰਤ ਦਾ ਸੰਵਿਧਾਨਿਕ ਵਿਕਾਸ ਹੈ ਉਸ ਕੰਪਨੀ ਦੇ ਇਰਦ ਗਿਰਦ ਹੀ ਘੁੰਮਦਾ ਹੈ। ਅੱਜ ਆਪਾਂ ਡਿਸਕਸ ਕਰਾਂਗੇ ਉਸ ਕੰਪਨੀ ਨੂੰ ਔਰ ਉਹਦੇ ਵਿੱਚ ਦੇਖਾਂਗੇ ਕਿ ਉਹ ਕੰਪਨੀ ਕਦੋਂ ਸਥਾਪਿਤ ਹੋਈ ਹੈ, ਜਾਣੀ ਕਿ ਇਹਦੀ ਸ਼ੁਰੂਆਤ ਹੈ ਵਿਦਵਾਨਾਂ ਅਨੁਸਾਰ ਕਿੱਥੋਂ ਮੰਨੀ ਜਾਂਦੀ ਹੈ। ਇੱਕ ਜਿਹੜੀ ਕੰਪਨੀ ਹੈ ਉਹਦੀ ਜਿਹੜੀ ਸ਼ੁਰੂਆਤ ਹੈ 1599 ਈਸਵੀ ਦੇ ਵਿੱਚ ਇੱਕ ਲੰਦਨ ਦੇ ਵਿੱਚ, ਲੰਦਨ ਜੋ ਕਿ ਬ੍ਰਿਟੇਨ ਦਾ ਇੱਕ ਸ਼ਹਿਰ ਹੈ, ਉਹਦੇ ਵਿੱਚ ਅਮੀਰ ਲੋਕਾਂ ਦੇ ਸਮੂਹ ਨੇ ਇੱਕ ਮੰਗ ਰੱਖੀ ਕਿ ਅਸੀਂ ਪੂਰਬੀ ਦੇਸ਼ਾਂ ਭਾਵ ਕਿ ਸ਼੍ਰੀਲੰਕਾ, ਇੰਡੋਨੇਸ਼ੀਆ, ਚੀਨ ਐਂਡ ਭਾਰਤ ਹੋ ਗਿਆ, ਆਪਣਾ ਦੇਸ਼ ਹੋ ਗਿਆ, ਇਹਨਾਂ ਦੇ ਨਾਲ ਵਪਾਰ ਕਰਨਾ ਚਾਹੁੰਦੇ ਹਾਂ। ਕਿਉਂਕਿ ਆਪਾਂ ਜਾਣਦੇ ਹਾਂ ਕਿ 16ਵੀਂ ਸ਼ਤਾਬਦੀ ਦੇ ਵਿੱਚ ਉਦਯੋਗਿਕ ਕ੍ਰਾਂਤੀ ਬ੍ਰਿਟੇਨ ਵਿੱਚ ਸਟਾਰਟਿੰਗ ਹੁੰਦੀ ਹੈ ਔਰ ਬ੍ਰਿਟੇਨ ਦੇ
ਜਿਹੜੇ ਲੋਕ ਹੈ ਉਹ ਕਾਫੀ ਹੀ ਉਸ ਟਾਈਮ ਦੀ ਮੁਤਾਬਕ, ਜਿਵੇਂ ਕਿ ਅੱਜ ਦੇ ਵਿੱਚ ਆਧੁਨਿਕਤਾ ਕਹਿ ਲਈਏ, ਉਸ ਟਾਈਮ ਦੇ ਮੁਤਾਬਕ ਬਹੁਤ ਹੀ ਕਾਫੀ ਸੂਝ-ਬੂਝ ਵਾਲੇ ਸੀਗੇ। ਉਹਨਾਂ ਨੇ ਵਪਾਰ ਦੇ ਉਦੇਸ਼ ਨਾਲ 1599 ਦੇ ਵਿੱਚ ਇੱਕ ਅਮੀਰਾਂ ਦਾ ਸਮੂਹ ਤਿਆਰ ਹੋਇਆ, ਅਮੀਰ ਲੋਕਾਂ ਦਾ ਸਮੂਹ ਤਿਆਰ ਹੋਇਆ, ਅਮੀਰਾਂ ਦਾ ਸਮੂਹ, ਜਾਂ ਤੁਸੀਂ ਕਹਿ ਸਕਦੇ ਹੋ ਕਿ ਵਪਾਰੀਆਂ ਦਾ ਸਮੂਹ। 1599 ਦੇ ਵਿੱਚ ਇਹਨਾਂ ਦਾ ਇੱਕ ਸਮੂਹ ਇਕੱਠਾ ਹੁੰਦਾ ਹੈ। ਬ੍ਰਿਟੇਨ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਉੱਥੋਂ ਦਾ ਰਾਜਤੰਤਰ ਹੈ, ਜਿਵੇਂ ਕਿ ਇੰਡੀਆ ਦੇ ਵਿੱਚ ਆਪਣੇ ਰਾਸ਼ਟਰ ਦਾ ਜੋ ਮੁਖੀ ਹੈ ਉਹ ਰਾਸ਼ਟਰਪਤੀ ਹੈ, ਉਸੇ ਤਰ੍ਹਾਂ ਉਸ ਟਾਈਮ ਅੱਜ ਦੇ ਟਾਈਮ ਵਿੱਚ ਵੀ ਉੱਥੇ ਸਮਰਾਟ ਹੈ। ਅਤੇ ਜਦੋਂ 1599 ਈਸਵੀ ਦੇ ਵਿੱਚ ਅਮੀਰ ਲੋਕਾਂ ਦਾ, ਜੋ ਵਪਾਰੀਆਂ ਦਾ ਸਮੂਹ ਨੇ ਇਕੱਠ ਕੀਤਾ ਕਿ ਅਸੀਂ ਪੂਰਬੀ ਦੇਸ਼ਾਂ ਨਾਲ ਵਪਾਰ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਨੇ ਇਹ ਮੰਗ ਆਪਣੇ ਉੱਥੋਂ ਦੇ ਸਮਰਾਟ ਜਾਣੀ ਕਿ ਉੱਥੋਂ ਦੇ ਸਮਰਾਟ ਸੀਗੇ ਮਹਾਰਾਣੀ ਅਲਿਜ਼ਾਬੇਥ ਪ੍ਰਥਮ, ਉਹਨਾਂ ਕੋਲੇ ਇਹ ਮੰਗ ਕੀਤੀ, ਅਸੀਂ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਕਿਰਪਾ ਕਰਕੇ ਆਗਿਆ ਦਿੱਤੀ ਜਾਵੇ। ਮਹਾਰਾਣੀ ਅਲਿਜ਼ਾਬੇਥ ਨੇ 31 ਦਸੰਬਰ 1600 ਈਸਵੀ ਨੂੰ ਇਹਨਾਂ ਦੀ ਜੋ ਮੰਗ ਸੀ ਉਹਨੂੰ ਮਾਨਤਾ ਦੇ ਦਿੱਤੀ ਕਿ ਤੁਸੀਂ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰ ਸਕਦੇ ਹੋ। ਮਾਨਤਾ ਤਾਂ ਦੇ ਦਿੱਤੀ ਗਈ, ਲੇਕਿਨ ਮਹਾਰਾਣੀ ਨੇ ਕੁਝ ਸ਼ਰਤਾਂ ਰੱਖੀਆਂ ਕਿ ਤੁਸੀਂ ਪੂਰਬੀ ਦੇਸ਼ਾਂ ਦੇ ਨਾਲ ਕਿੰਨੇ ਟਾਈਮ ਲਈ ਵਪਾਰ ਕਰ ਸਕਦੇ ਹੋ, ਠੀਕ ਹੈ, ਜਾਂ ਹੋਰ ਕੰਪਨੀ ਕੋਈ ਵਪਾਰ ਕਰ ਸਕਦੀ ਹੈ ਕਿ ਨਹੀਂ। ਮਹਾਰਾਣੀ ਅਲਿਜ਼ਾਬੇਥ ਪ੍ਰਥਮ ਨੇ ਇਹਨਾਂ ਵਪਾਰੀਆਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ 15 ਸਾਲ ਦੇ ਲਈ ਵਪਾਰ ਕਰ ਸਕਦੇ ਹੋ। ਅਤੇ ਦੂਸਰੀ ਉਹਨਾਂ ਇਹ ਗੱਲ ਕਹਿ ਦਿੱਤੀ, ਏਕਾਧਿਕਾਰ, ਏਕਾਧਿਕਾਰ ਨੂੰ ਇੰਗਲਿਸ਼ 'ਚ ਕਹਿੰਦੇ ਆ ਮੋਨੋਪੋਲੀ। ਮੋਨੋਪੋਲੀ ਦਾ ਮਤਲਬ ਇਹ ਹੋ ਗਿਆ ਕਿ ਮਹਾਰਾਣੀ ਨੇ ਇਹ ਗੱਲ ਕਹਿ ਦਿੱਤੀ ਕਿ ਇੱਕ ਹੀ ਕੰਪਨੀ ਸਾਡੇ ਵੱਲੋਂ, ਮੈਂ ਸਮਰਾਟ ਹੈ ਮਹਾਰਾਣੀ, ਅਤੇ ਮਹਾਰਾਣੀ ਅਲਿਜ਼ਾਬੇਥ ਨੇ ਪ੍ਰਥਮ ਕਿਹਾ ਕਿ ਤੁਸੀਂ ਵਪਾਰੀ ਹੋ, ਜੋ ਤੁਹਾਡਾ ਵਪਾਰੀਆਂ ਦਾ ਸਮੂਹ ਹੈ, ਤੁਸੀਂ ਹੀ ਵਪਾਰ ਕਰੋਗੇ, ਮੇਰੇ ਵੱਲੋਂ ਹੋਰ ਵੀ ਕੋਈ ਕੰਪਨੀ ਜਿਹੜੀ ਹੈ, ਤੁਹਾਡਾ ਕੋਈ ਵੀ ਹੈ, ਹੋਰ ਵੀ ਕੋਈ ਜਿਹੜੀ ਹੈ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਊਗੀ, ਸਿਰਫ ਇੱਕ ਕੰਪਨੀ, ਮਤਲਬ ਏਕਾਧਿਕਾਰ ਇੱਕ ਕੰਪਨੀ ਕੋਲ ਰਹੂਗਾ, ਠੀਕ ਹੈ ਜੀ। ਇਹਨਾਂ ਵਪਾਰੀਆਂ ਦੇ ਸਮੂਹ ਨੇ, ਜੋ ਅਮੀਰ ਲੋਕਾਂ ਦਾ ਸਮੂਹ ਸੀਗਾ, ਇਹਨਾਂ ਵਪਾਰੀਆਂ ਨੇ 24 ਮੈਂਬਰ ਚੁਣੇ, ਆਪਣੇ 24 ਮੈਂਬਰ, ਠੀਕ ਹੈ ਜੀ। 24 ਮੈਂਬਰ ਉਹ ਸੀ ਜਿਹੜੇ ਅਮੀਰ ਲੋਕਾਂ ਦੇ ਵਿੱਚ, ਜਿਨ੍ਹਾਂ ਨੇ ਸ਼ੇਅਰ ਧਾਰਕ ਸੀ, ਜਿਨ੍ਹਾਂ ਨੇ ਵਪਾਰ ਕਰਨ ਦੇ ਲਈ ਪੈਸੇ ਲਾਏ ਸੀਗੇ, 24 ਮੈਂਬਰ ਚੁਣੇ ਗਏ। ਅਤੇ ਇਹਨਾਂ 24 ਮੈਂਬਰਾਂ ਨੂੰ ਕੋਰਟ ਆਫ ਡਾਇਰੈਕਟਰ ਦਾ ਨਾਂ ਜਿਹੜਾ ਉਹ ਦਿੱਤਾ ਗਿਆ, ਜਾਂ ਆਪਾਂ ਸ਼ਾਰਟ 'ਚ ਕਹਿ ਲੈਂਦੇ ਹਾਂ ਕੋਡ, ਠੀਕ ਹੈ ਜੀ। ਕੋਰਟ ਆਫ ਡਾਇਰੈਕਟਰ 'ਤੇ ਜਦੋਂ ਇਹਨਾਂ ਨੂੰ ਨਾਂ ਦਿੱਤਾ ਗਿਆ, ਤਾਂ ਇਹਨਾਂ ਦਾ ਕੰਮ ਸੀਗਾ ਕਿ ਕੰਪਨੀ ਜਿਹੜੀ ਤੁਸੀਂ ਬਣਾਈ ਹੈ, ਵੀ 24 ਮੈਂਬਰਾਂ ਨੇ ਆਪਾਂ ਨੂੰ ਵਪਾਰ ਕਰਨ ਦੀ ਆਗਿਆ ਮਿਲ ਗਈ ਹੈ, ਅਮੀਰ ਲੋਕਾਂ ਨੂੰ ਉਹਨਾਂ 24 ਮੈਂਬਰ ਚੁਣੇ ਔਰ 24 ਮੈਂਬਰਾਂ ਨੂੰ ਕੋਰਟ ਆਫ ਡਾਇਰੈਕਟਰ ਦਾ ਨਾਮ ਦਿੱਤਾ ਗਿਆ। ਤਾਂ ਫਿਰ ਉਹਨਾਂ ਨੇ ਇੱਕ ਆਪਣੀ ਕੰਪਨੀ ਦਾ ਨਾਮ ਰੱਖਿਆ, ਔਰ ਕੰਪਨੀ ਦਾ ਜੋ ਨਾਮ ਸੀਗਾ ਔਰ ਇਹਨਾਂ ਮੈਂਬਰਾਂ ਦੁਆਰਾ ਜੋ ਕੰਪਨੀ ਦਾ ਨਾਮ ਰੱਖਿਆ ਗਿਆ ਉਸ ਨੂੰ ਕਹਿੰਦੇ ਹੈ ਦੀ ਗਵਰਨਰ ਐਂਡ
कंपनी ऑफ मार्चेंट्स, मार्चेंट्स का मतलब व्यापारी हो गया, मार्चेंट्स ऑफ लंदन, ऑफ लंदन ट्रेडिंग, ट्रेडिंग इनटू द ईस्ट इंडीज़। ਜਦੋਂ ਇਹਨਾਂ ਵਪਾਰੀਆਂ ਨੂੰ ਮਹਾਰਾਣੀ ਵੱਲੋਂ ਮਾਨਤਾ ਮਿਲ ਗਈ ਤਾਂ ਉਹਨਾਂ ਨੇ ਆਪਣੀ ਇੱਕ ਕੰਪਨੀ ਖੋਲ੍ਹੀ। ਕੰਪਨੀ ਦਾ ਨਾਮ ਰੱਖਿਆ ਦੀ ਗਵਰਨਰ ਐਂਡ ਕੰਪਨੀ ਆਫ ਮਾਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਦੀ ਈਸਟ ਇੰਡੀਜ਼। ਠੀਕ ਹੈ ਜੀ। ਇਸੇ ਕੰਪਨੀ ਨੂੰ ਰੈਗੂਲੇਟ ਜਿਹੜੇ ਇਹਨੂੰ ਕੰਟਰੋਲ ਕਰਦੇ ਸੀਗੇ ਉਹਨਾਂ ਨੇ 24 ਮੈਂਬਰ ਚੁਣੇ ਜਿਨ੍ਹਾਂ ਨੂੰ ਕੋਰਟ ਆਫ ਡਾਇਰੈਕਟਰ ਦਾ ਨਾਮ ਦਿੱਤਾ ਗਿਆ। ਇਹ ਕੰਪਨੀ ਜਿਹੜੀ ਹੈ ਤੁਸੀਂ ਦੇਖੋਗੇ ਇਸੇ ਕੰਪਨੀ ਨੂੰ ਈਸਟ ਇੰਡੀਆ ਕੰਪਨੀ ਕਿਹਾ ਜਾਂਦਾ ਹੈ। ਈਸਟ ਇੰਡੀਆ ਕੰਪਨੀ ਦਾ ਪਹਿਲਾ ਨਾਮ ਕੀ ਸੀਗਾ? ਦੀ ਗਵਰਨਰ ਐਂਡ ਕੰਪਨੀ ਆਫ ਮਾਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਦੀ ਈਸਟ ਇੰਡੀਆ ਇੰਡੀਜ਼। ਇਹਦੀ ਸਥਾਪਨਾ ਕਦੋਂ ਹੋਈ? ਤਾਂ ਇਹਦੀ ਸਥਾਪਨਾ 31 ਦਸੰਬਰ 1600 ਈਸਵੀ ਨੂੰ ਸਥਾਪਨਾ ਹੋਈ ਜਦੋਂ ਮਹਾਰਾਣੀ ਨੇ ਐਲਿਜ਼ਾਬੈਥ ਪ੍ਰਥਮ ਨੇ ਇਹਨੂੰ ਮਾਨਤਾ ਦੇ ਦਿੱਤੀ ਗਈ। ਤਾਂ ਇਹਦਾ ਉਸ ਟਾਈਮ 'ਤੇ ਜਿਹੜਾ ਪਹਿਲਾ ਗਵਰਨਰ ਸੀਗਾ ਇਸ ਕੰਪਨੀ ਦਾ ਜਾਂ ਜਿਹਨੂੰ ਮੁਖੀ ਕਹਿ ਲਈਏ ਤਾਂ ਉਹਦਾ ਜਿਹੜਾ ਨਾਂ ਸੀਗਾ ਥਾਮਸ ਸਮਿਥ, ਜਿਹੜਾ ਉਹਦਾ ਨਾਮ ਸੀਗਾ। ਗਵਰਨਰ ਦਾ ਜਿਹੜਾ ਇਹਦਾ ਪਹਿਲਾ ਗਵਰਨਰ ਸੀਗਾ ਥਾਮਸ ਸਮਿਥ। ਠੀਕ ਹੈ ਜੀ। ਔਰ ਮਹਾਰਾਣੀ ਦੀ ਇਸ ਘੋਸ਼ਣਾ ਨੂੰ ਜੋ ਇਹਨੇ ਮਹਾਰਾਣੀ ਨੇ ਇਹਨਾਂ ਨੂੰ ਮਾਨਤਾ ਦਿੱਤੀ ਹੈ 31 ਦਸੰਬਰ 1600 ਨੂੰ, ਇਸ ਘੋਸ਼ਣਾ ਨੂੰ ਹੀ ਕੰਪਨੀ ਦਾ ਕੀ ਕਹਿੰਦੇ ਹੈ ਚਾਰਟਰ ਐਕਟ ਕਿਹਾ ਜਾਂਦਾ ਹੈ। ਚਾਰਟਰ ਐਕਟ 1600। ਇਸੇ ਕੰਪਨੀ ਨੂੰ ਜਦੋਂ ਮਾਨਤਾ ਮਿਲਦੀ ਹੈ ਤਾਂ ਇਸੇ ਨੂੰ ਹੀ 1600 ਈਸਵੀ ਦਾ ਜਿਹੜਾ ਉਹ ਚਾਰਟਰ ਐਕਟ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਅੰਗਰੇਜ਼ ਜਿਹੜੇ ਹੈ ਜਦੋਂ ਉਹਨਾਂ ਨੂੰ 1600 ਦੇ ਵਿੱਚ ਇਸ ਕੰਪਨੀ ਦੀ ਜਾਂ ਵਪਾਰ ਕਰਨ ਦੀ ਆਗਿਆ ਮਿਲ ਜਾਂਦੀ ਹੈ ਤਾਂ ਅੰਗਰੇਜ਼ ਜਿਹੜੇ ਹੈ ਭਾਰਤ ਵਿੱਚ ਕਦੋਂ ਆਉਂਦੇ ਹੈ? ਤਾਂ ਅੰਗਰੇਜ਼ ਜਿਹੜੇ ਹੈ 1600 ਈਸਵੀ ਦੇ ਵਿੱਚ ਕੀ ਹੈ ਅੰਗਰੇਜ਼ ਭਾਰਤ ਆ ਜਾਂਦੇ ਹੈ। ਅੰਗਰੇਜ਼ ਭਾਰਤ ਆ ਜਾਂਦੇ ਹੈ। ਠੀਕ ਹੈ ਜੀ। 1600 ਈਸਵੀ ਦੇ ਵਿੱਚ ਅੰਗਰੇਜ਼ ਜਿਹੜੇ ਹੈ ਜੋ ਕਿ ਭਾਰਤ ਆ ਜਾਂਦੇ ਹੈ ਤੇ ਦੂਸਰਾ ਕੀ ਕਰਦੇ ਹੈ ਕਿ 1608 ਈਸਵੀ ਵਿੱਚ ਉਹ ਸੂਰਤ ਤੋਂ ਆਪਣਾ ਕੰਮ ਸ਼ੁਰੂ ਕਰਦੇ ਆ। ਸੂਰਤ ਕੀ ਹੈ? ਸੂਰਤ ਇੱਕ ਗੁਜਰਾਤ ਦਾ ਸ਼ਹਿਰ ਹੈ। ਸੂਰਤ ਗੁਜਰਾਤ ਕੰਮ ਸ਼ੁਰੂ ਕਰਦੇ ਆ। ਅੰਗਰੇਜ਼ ਕਿਹੜਾ ਕੰਮ ਕਰਦੇ ਆ? ਕਿਸ ਉਦੇਸ਼ ਨਾਲ ਫਿਰ ਭਾਰਤ ਆ ਜਾਂਦੇ ਆ? ਉਹ ਵਪਾਰ ਦੇ ਉਦੇਸ਼ ਨਾਲ। ਵਪਾਰ ਦੇ ਵਿੱਚ ਕੀ ਵਪਾਰ ਦੇ ਵਿੱਚ ਜਿਵੇਂ ਚਾਹ ਹੋ ਗਿਆ, ਅਫੀਮ ਹੋ ਗਿਆ, ਨੀਲ ਰੰਗ ਹੋ ਗਿਆ ਔਰ ਮਸਾਲੇ ਹੋ ਗਿਆ, ਇਸ ਦੇ ਉਦੇਸ਼ ਦੇ ਨਾਲ 1600 ਈਸਵੀ ਦੇ ਵਿੱਚ ਭਾਰਤ ਵਿੱਚ ਆ ਜਾਂਦੇ ਹੈ ਔਰ 1608 ਈਸਵੀ ਵਿੱਚ ਸੂਰਤ ਵਿੱਚ ਜਿਹੜਾ ਉਹ ਕੀ ਨਾ ਆਪਣਾ ਸੂਰਤ ਜੋ ਕਿ ਗੁਜਰਾਤ ਵਿੱਚ ਹੈ ਉਸ 'ਤੇ ਕੰਮ ਸ਼ੁਰੂ ਕਰਦੇ ਹੈ। ਲੇਕਿਨ ਉਹਨਾਂ ਦਾ ਪਹਿਲਾ ਕਾਰਖਾਨਾ ਹੈ ਜਿਹੜਾ ਹੈ ਉਹ 1611 ਈਸਵੀ ਨੂੰ ਮਸੂਲੀਪਟਮ ਜੋ ਕਿ ਕਿੱਥੇ ਹੈ? ਆਂਧਰਾ ਪ੍ਰਦੇਸ਼ ਵਿੱਚ।
ਉਹ ਜਿਹੜਾ 1611 ਈਸਵੀ ਵਿੱਚ ਪਹਿਲਾ ਕਾਰਖਾਨਾ ਉਹਨਾਂ ਦਾ ਤਿਆਰ ਹੁੰਦਾ ਹੈ। ਲੇਕਿਨ ਉਹ ਪਹਿਲਾਂ ਜਿਹੜਾ ਕੰਮ ਸ਼ੁਰੂ ਕਰਦੇ ਆ ਸੂਰਤ ਵਿੱਚ ਸ਼ੁਰੂ ਕਰਦੇ ਆ, ਲੇਕਿਨ ਉੱਥੇ ਜਹਾਂਗੀਰ ਦੇ ਕੁਝ ਅਣਬਣ ਹੋਣ ਦੇ ਕਾਰਨ ਰੁਕਾਵਟ ਪੈ ਜਾਂਦੀ ਹੈ, ਜਿੱਥੇ ਕਿ 1608 ਈਸਵੀ ਵਿੱਚ ਉਹਨਾਂ ਦਾ ਕੰਮ ਜਿਹੜਾ ਰੁਕ ਜਾਂਦਾ ਹੈ। ਤਾਂ ਫਿਰ ਉਹ 1611 ਈਸਵੀ ਵਿੱਚ ਮਸੂਲੀਪਟਨਮ ਆਂਧਰਾ ਪ੍ਰਦੇਸ਼ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਪਹਿਲਾ ਕਾਰਖਾਨਾ ਬਣ ਕੇ ਤਿਆਰ ਹੁੰਦਾ ਹੈ। ਇਸ ਤੋਂ ਬਾਅਦ ਉਹ ਜਦੋਂ ਆਪਣਾ ਕੰਮ ਕਾਜ ਕਰਦੇ ਹੈ ਤਾਂ ਉਹ ਆਪਣੇ 3 ਸ਼ਹਿਰਾਂ ਨੂੰ ਪ੍ਰੈਜ਼ੀਡੈਂਸੀ ਘੋਸ਼ਿਤ ਕਰਦੇ ਹੈ ਵੀ ਜਿੱਥੋਂ ਦਾ ਉਹਨਾਂ ਦਾ ਕਾਰ ਵਿਹਾਰ ਚੱਲਦਾ ਹੈ, ਜਿੱਥੋਂ ਦਾ ਉਹਨਾਂ ਨੂੰ ਬੰਦਰਗਾਹਾਂ ਮਤਲਬ ਲਾਗੇ ਪੈਂਦੀਆਂ ਨੇ, ਉਹਨਾਂ ਸ਼ਹਿਰਾਂ ਨੂੰ ਵਿਕਸਿਤ ਕਰਕੇ ਉਹਨਾਂ ਸ਼ਹਿਰਾਂ 'ਤੇ ਸਮਰਾਟ ਮੁਗਲ ਸਮਰਾਟਾਂ ਤੋਂ ਆਗਿਆ ਲੈ ਲੈ ਕੇ, ਮੁਗਲ ਸਮਰਾਜ ਦੇ ਅਧੀਨ 'ਚ ਰਾਜਿਆਂ ਤੋਂ ਆਗਿਆ ਲੈ ਲੈ ਕੇ ਉਹਨਾਂ ਨੂੰ ਇੱਕ ਪ੍ਰੈਜ਼ੀਡੈਂਸੀ ਖੇਤਰ ਘੋਸ਼ਿਤ ਕਰਦੇ ਹੈ। ਕੁਝ ਉਹ ਲੜਾਈਆਂ ਵੀ ਲੜਦੇ ਹੈ, ਪੁਰਤਗਾਲੀਆਂ ਨਾਲ ਵੀ ਲੜਦੇ ਹੈ, ਫਰਾਂਸੀਆਂ ਨਾਲ ਵੀ ਲੜਦੇ ਹੈ। ਆਪਾਂ ਦੇਖਦੇ ਹਾਂ ਕਿ ਮਸ਼ਹੂਰ ਯੁੱਧ ਹੋਇਆ ਹੈਦਰ ਅਲੀ ਨਾਲ, ਔਰ ਜਿੱਥੇ ਟੀਪੂ ਸੁਲਤਾਨ ਦੀ ਮੌਤ ਹੁੰਦੀ ਹੈ। ਉਸ ਤੋਂ ਬਾਅਦ ਕਰਨਾਟਕਾ ਦੇ ਯੁੱਧ ਹੈ, ਮਰਾਠਾ ਯੁੱਧ ਹੈ, ਉਹ ਸਭ ਲੜਾਈਆਂ ਕਰਦੇ ਹੈ। ਉਹ ਲੜਾਈਆਂ ਕਰਨ ਦਾ ਕਾਰਨ ਇਹ ਹੈ ਕਿ ਉਹ ਜਿਹੜੇ ਸ਼ਹਿਰ ਹੈ ਉਹਨਾਂ ਦੀ ਖਾਤਰ ਕਰ ਰਹੇ। ਉਹਨਾਂ ਨੂੰ ਪ੍ਰੈਜ਼ੀਡੈਂਸੀ ਦਾ ਮਤਲਬ ਇਹ ਹੋ ਗਿਆ ਕਿ ਜਿੱਥੇ ਉਹ ਆਪਣੇ ਰੂਲ ਲਾਗੂ ਕਰਨਾ ਚਾਹੁੰਦੇ ਹੈ, ਆਪਣਾ ਜਿੱਥੇ ਉਹ ਕਾਰੋਬਾਰ ਵਧਾਉਣਾ ਚਾਹੁੰਦੇ ਹੈ, ਤਾਂ ਉਹ ਕੀ ਕਰਦੇ ਹੈ ਅੰਗਰੇਜ਼ ਬੰਗਾਲ ਐਂਡ ਬੰਬਈ, ਜਿਹਦਾ ਵਰਤਮਾਨ ਜਿਹੜਾ ਨੇਮ ਹੈ ਮੁੰਬਈ ਹੈ, ਮਹਾਰਾਸ਼ਟਰ ਦੀ ਰਾਜਧਾਨੀ ਹੈ, ਔਰ ਮਦਰਾਸ, ਇਹਨਾਂ ਤਿੰਨਾਂ ਸ਼ਹਿਰਾਂ ਨੂੰ ਜਿਹੜੇ ਹੈ ਉਹ ਪ੍ਰੈਜ਼ੀਡੈਂਸੀ ਖੇਤਰ ਘੋਸ਼ਿਤ ਕਰਦੇ ਹਨ। ਠੀਕ ਹੈ ਜੀ। ਬੰਗਾਲ ਜੋ ਕਿ ਕਲਕੱਤਾ ਦੇ ਵਿੱਚ ਰਹਿ ਜਾਂਦਾ ਹੈ, ਅਤੇ ਮੁੰਬਈ ਜੋ ਕਿ ਹੁਣ ਵਰਤਮਾਨ ਮਹਾਰਾਸ਼ਟਰ ਦੀ ਰਾਜਧਾਨੀ ਹੈ, ਅਤੇ ਮਦਰਾਸ ਜੋ ਕਿ ਤਾਮਿਲਨਾਡੂ ਦਾ ਖੇਤਰ ਹੈ। ਕੰਟਰੈਕਟ ਕਹਿੰਦੇ ਆ, ਉਸ ਵਿੱਚ ਵੀ ਜਿਹੜੀਆਂ ਕੰਪਨੀ ਦੀਆਂ ਕੁਝ ਗਾਈਡਲਾਈਨਸ ਜਿਹੜੀਆਂ ਕੰਪਨੀ ਵਾਸਤੇ ਨਿਰਦੇਸ਼ ਜਿਹੜੇ ਹੈ ਉਹ ਤੈਅ ਕੀਤੇ ਜਾਂਦੇ ਹੈ। ਠੀਕ ਹੈ ਜੀ। ਪਹਿਲਾਂ ਆਪਾਂ ਚਾਰਟਰ ਐਕਟ ਦੇਖ ਚੁੱਕੇ ਹਾਂ ਕਿ ਚਾਰਟਰ ਐਕਟ 1600 ਦਾ, ਜਿਸ ਵਿੱਚ ਕੰਪਨੀ ਦੀ ਸਥਾਪਨਾ ਹੁੰਦੀ ਹੈ 31 ਦਸੰਬਰ 1600 ਈਸਵੀ ਨੂੰ। ਠੀਕ ਹੈ ਜੀ। ਤਾਂ ਉਸ ਨੂੰ ਚਾਰਟਰ ਐਕਟ ਮੰਨ ਲਿਆ ਜਾਂਦਾ ਹੈ। ਠੀਕ ਹੈ ਜੀ। ਹੁਣ ਜਿਹੜਾ ਦੂਸਰਾ ਕੰਪਨੀ ਦਾ ਚਾਰਟਰ ਐਕਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਚਾਰਟਰ ਐਕਟ 1726। ਇਹ ਜਿਹੜਾ ਸੈਕਿੰਡ ਕੰਪਨੀ ਦਾ ਦੂਜਾ ਜਿਹੜਾ ਚਾਰਟਰ ਐਕਟ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਇਸ ਵਿੱਚ ਆਪਾਂ ਪਹਿਲਾਂ ਦੇਖਿਆ ਸੀ ਕਿ ਕੋਰਟ ਆਫ ਡਾਇਰੈਕਟਰ ਜਿਹਨੂੰ ਕਹਿੰਦੇ ਆ, ਜਿਹਦੇ ਵਿੱਚ 24 ਮੈਂਬਰ ਸੀ ਜੋ ਕੰਪਨੀ ਨੂੰ ਕੰਟਰੋਲ ਕਰਦੇ ਸੀਗੇ, ਕੰਪਨੀ ਦੇ ਵਿੱਚ ਦੇਖਦੇ ਸੀ ਕਿ ਵਪਾਰ ਕਿੱਥੇ ਕਰਨਾ ਹੈ ਔਰ ਕੰਪਨੀ ਨੂੰ ਕਿਵੇਂ ਚਲਾਉਣਾ ਹੈ। ਇਹਨਾਂ ਦਾ ਪਹਿਲਾਂ ਕਾਰਜਕਾਲ ਜਿਹੜਾ 1 ਸਾਲ ਦਾ ਹੁੰਦਾ ਸੀਗਾ। ਜਦੋਂ ਕੰਪਨੀ ਸਟਾਰਟ ਦੇ ਵਿੱਚ ਬਣੀ ਸੀ 1600 ਈਸਵੀ ਦੇ ਵਿੱਚ, ਉਦੋਂ 1 ਸਾਲ ਦਾ ਸੀ। ਲੇਕਿਨ ਜਦੋਂ ਚਾਰਟਰ ਐਕਟ 1726 ਆਉਂਦਾ ਤਾਂ ਇਹਦਾ ਕਾਰਜਕਾਲ ਜਿਹੜਾ ਉਹ 4 ਸਾਲ ਦਾ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਦੂਸਰਾ ਇਹਦੇ ਵਿੱਚ ਜਿਹੜਾ ਕੰਮ ਕੀਤਾ ਜਾਂਦਾ ਹੈ, ਆਪਾਂ ਦੇਖ ਸੀ ਕਿ 3 ਖੇਤਰ ਸੀਗੇ, ਬੰਗਾਲ, ਬੰਬਈ ਐਂਡ ਮਦਰਾਸ। ਆਪਾਂ ਦੇਖਿਆ ਸੀ ਕਿ ਬੰਗਾਲ ਦੇ ਗਵਰਨਰ ਅਧੀਨ ਮੁੰਬਈ ਅਤੇ ਮਦਰਾਸ ਦਾ ਕੰਮ ਚੱਲ ਰਿਹਾ ਸੀ। ਲੇਕਿਨ ਇਸ ਐਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿਹੜਾ ਹੈਗਾ ਇਹ ਸੁਤੰਤਰ ਕਰ ਦਿੱਤੇ ਜਾਂਦੇ ਹੈ ਕਿ ਆਪਣਾ ਜਿਹੜਾ ਕੰਮਕਾਰ ਹੈ ਉਹ ਸੁਤੰਤਰ ਕਰਨ, ਮਤਲਬ ਜੋ ਵੀ ਮੁੰਬਈ ਆਪਦਾ ਕੰਮਕਾਜ ਅਲੱਗ ਕਰੇ, ਮੁੰਬਈ ਦਾ ਗਵਰਨਰ ਹੈ ਉਹ ਆਪਦਾ ਕੰਮ ਕਰੇ, ਮਦਰਾਸ ਦਾ ਆਪਦਾ ਕੰਮ ਕਰੇ, ਬੰਗਾਲ ਦਾ ਆਪਦਾ ਕੰਮ ਕਰੇ। ਤਾਂ ਬੰਗਾਲ ਦੇ ਉੱਪਰ ਜੋ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਦੋਨਾਂ ਮੁੰਬਈ ਅਤੇ ਮਦਰਾਸ ਦੀ, ਉਸ ਨੂੰ ਜਿਹੜਾ ਹੈ ਘਟਾ ਦਿੱਤਾ ਜਾਂਦਾ ਅਤੇ ਇਹਨਾਂ ਨੂੰ ਸੁਤੰਤਰ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਔਰ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕੰਪਨੀ ਹੈ ਜੋ ਕਿ ਵਪਾਰ ਕਰਦੀ ਹੈ,
ਵਪਾਰ ਕਰਨ ਦੇ ਨਾਲ ਨਾਲ ਉਹ ਭਾਰਤੀ ਰਜਵਾੜਿਆਂ ਦੇ ਨਾਲ ਲੜਾਈਆਂ ਲੈਣੀਆਂ ਵੀ ਸ਼ੁਰੂ ਕਰ ਦਿੰਦੀ ਹੈ ਅਤੇ ਹੌਲੀ ਹੌਲੀ ਉਹ ਸ਼ਾਸਨ ਦੇ ਵਿੱਚ ਭਾਗ ਲੈਂਦੀ ਹੈ। ਇਹ ਤੋਂ ਬਾਅਦ ਜਿਹੜਾ ਚਾਰਟਰ ਐਕਟ ਆਉਂਦਾ ਹੈ ਉਹ ਆਉਂਦਾ ਹੈ ਰੈਗੂਲੇਟਿੰਗ ਐਕਟ 1773। ਪਰ ਉਸ 'ਤੇ ਜਾਣ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ 1773 ਜਿਹੜਾ ਰੈਗੂਲੇਟਿੰਗ ਐਕਟ ਹੈ ਉਹਦੇ ਆਉਣ ਦੇ ਕੀ ਕਾਰਨ ਹਨ ਕਿ ਉਹ ਜਿਹੜਾ ਵਾ ਰੈਗੂਲੇਟਿੰਗ ਐਕਟ ਹੈ ਉਹ ਬ੍ਰਿਟਿਸ਼ ਸੰਸਦ ਦੇ ਵਿੱਚ ਪਾਸ ਕੀਤਾ ਜਾਂਦਾ ਹੈ। ਤਾਂ ਸਿਰਫ ਕੰਪਨੀ ਦੇ ਚਾਰਟਰ ਐਕਟ ਸੀਗੇ ਅਤੇ ਉਸ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਅੰਗਰੇਜ਼ਾਂ ਨੇ ਕਿਹੜੀਆਂ ਘਟਨਾਵਾਂ ਜਾਂ ਇਤਿਹਾਸ ਵਿੱਚ ਕੀ ਫੇਰ ਬਦਲ ਹੋਇਆ ਕਿ ਜਿਨ੍ਹਾਂ ਕਰਕੇ 1773 ਦਾ ਜਿਹੜਾ ਅਗਲਾ ਰੈਗੂਲੇਟਿੰਗ ਐਕਟ ਹੈ ਉਹ ਆਉਂਦਾ ਹੈ। ਆਪਾਂ ਦੇਖਦੇ ਹਾਂ ਕਿ ਸੁਣਦੇ ਵੀ ਹਾਂ ਅਤੇ ਕਿਤਾਬਾਂ ਵਿੱਚ ਪੜ੍ਹਦੇ ਵੀ ਹਾਂ ਕਿ ਅੰਗਰੇਜ਼ ਕੰਪਨੀ ਦੇ ਰੂਪ ਵਿੱਚ ਆਉਂਦੇ ਨੇ ਅਤੇ ਹੌਲੀ ਹੌਲੀ ਆਪਣੀ ਸੈਨਾ ਨੂੰ ਵਧਾਉਂਦੇ ਨੇ ਅਤੇ ਸੈਨਾ ਵਧਾਉਣ ਦੇ ਨਾਲ ਲੋਕ ਨਾ ਭਾਰਤੀ ਰਜਵਾੜਿਆਂ ਨਾਲ ਯੁੱਧ ਕਰਦੇ ਹਨ। ਇਸੇ ਯੁੱਧ ਦੇ ਕ੍ਰਮ ਦੇ ਵਿੱਚ 23 ਜੂਨ 1757 23 ਜੂਨ 1757 ਨੂੰ ਕੀ ਹੁੰਦਾ ਜੀ, ਪਲਾਸੀ ਦਾ ਯੁੱਧ। ਠੀਕ ਹੈ ਜੀ। ਪਲਾਸੀ ਦਾ ਯੁੱਧ ਜਿਹੜਾ ਹੁੰਦਾ ਹੈ ਇਹ ਕਿਹਨਾਂ ਵਿਚਕਾਰ ਹੁੰਦਾ ਜੀ, ਇਹ ਹੁੰਦਾ ਹੈ ਬੰਗਾਲ ਦੇ ਨਵਾਬ। ਇੱਕ ਤਾਂ ਬੰਗਾਲ ਦਾ ਕੀ ਹੈ, ਨਵਾਬ ਹੈ, ਦੂਸਰੇ ਪਾਸੇ ਕੀ ਹੈ, ਅੰਗਰੇਜ਼ ਹੈ। ਠੀਕ ਹੈ ਜੀ। ਹਾਂਜੀ, ਬੰਗਾਲ ਦਾ ਜੋ ਨਵਾਬ ਹੈ ਉਸ ਟਾਈਮ ਹੈ ਸਿਰਾਜੂਦੌਲਾ। ਠੀਕ ਹੈ ਜੀ। ਅਤੇ ਦੂਸਰੇ ਪਾਸੇ ਜੋ ਹੈ ਅੰਗਰੇਜ਼ਾਂ ਦੀ ਅਗਵਾਈ ਕਰਦਾ ਹੈ ਉਹ ਕਰਦਾ ਹੈ ਰਾਬਰਟ ਕਲਾਈਵ। ਇਹ ਹੈਗਾ ਜੀ ਸਿਰਾਜੂਦੌਲਾ ਤੇ ਇੱਧਰ ਹੈਗਾ ਜੀ ਰਾਬਰਟ ਕਲਾਈਵ। ਠੀਕ ਹੈ ਜੀ। ਇਸ ਵਿੱਚ ਵੀ ਹੈ ਕੰਪਨੀ ਦੀ ਜੋ ਅਗਵਾਈ ਕਰਦਾ ਹੈ ਉਹ ਹੈਗਾ ਹੈ ਰਾਬਰਟ ਕਲਾਈਵ। ਤਾਂ ਇਹਦੇ ਵਿੱਚ ਕੀ ਹੈ, ਬੰਗਾਲ ਦੇ ਨਵਾਬ ਦੀ ਹਾਰ ਹੁੰਦੀ ਹੈ ਔਰ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ ਅਤੇ ਰਾਬਰਟ ਜਿਹੜਾ ਕਲਾਈਵ ਹੈ ਉਹ ਮਤਲਬ ਸੈਨਾ ਦੀ ਅਗਵਾਈ ਕਰਦਾ ਹੈ ਅਤੇ ਅੰਤ ਦੇ ਵਿੱਚ ਜਾਣੀ ਕਿ ਉਸ ਦੀ ਜਿੱਤ ਹੋ ਜਾਂਦੀ ਹੈ। ਪਲਾਸੀ ਦਾ ਜਿਹੜਾ ਯੁੱਧ ਹੈ ਇਸ ਨੂੰ ਅੰਗਰੇਜ਼ਾਂ ਦੀ ਪਹਿਲੀ ਰਾਜਨੀਤਿਕ ਜਿੱਤ ਕਿਹਾ ਜਾਂਦਾ ਹੈ ਕਿ ਜਿੱਥੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਜਿਹੜੇ ਹੈ ਰਾਜਨੀਤੀ ਦੇ ਵਿੱਚ ਐਂਟਰ ਹੋ ਚੁੱਕੇ ਹੈ। ਚਾਹੇ ਅੰਗਰੇਜ਼ਾਂ ਨੂੰ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਲੋਕਾਂ ਜਾਂ ਭਾਰਤੀ ਮਹਾਰਾਜਿਆਂ ਨੂੰ ਹਰਾਉਣਾ ਬਹੁਤ ਸੌਖਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਇਸੇ ਉਦੇਸ਼ ਦੇ ਨਾਲ ਜਦੋਂ ਇੱਕ ਥਾਂ ਤੋਂ ਉਹਨਾਂ ਕੰਪਨੀ ਦੀ ਜਿੱਤ ਹੋ ਜਾਂਦੀ ਹੈ ਤਾਂ ਫਿਰ ਉਹ ਦੂਜੀ ਵਾਰ ਜਿਹੜਾ ਅਗਲਾ ਯੁੱਧ ਹੈ ਉਹ ਹੁੰਦਾ ਹੈ ਬਕਸਰ ਦਾ ਯੁੱਧ 22 ਅਕਤੂਬਰ 1764। ਠੀਕ ਹੈ ਜੀ। ਇਹਨੂੰ ਕੀ ਕਹਿੰਦੇ, ਬਕਸਰ ਦਾ ਯੁੱਧ। ਬਕਸਰ ਦਾ ਯੁੱਧ। ਬਕਸਰ ਦਾ ਜਿਹੜਾ ਯੁੱਧ ਹੈ ਇਹ ਇੱਕ ਮਹੱਤਵਪੂਰਨ ਯੁੱਧ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਭਾਰਤੀ ਰਜਵਾੜੇ ਹੈ ਔਰ ਦਿੱਲੀ ਦੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਤੀਏ ਹੈ ਔਰ ਬੰਗਾਲ ਦਾ ਜੋ ਨਵਾਬ ਹੈ ਮੀਰ ਕਾਸਮ ਔਰ ਅਵਧ ਦਾ ਨਵਾਬ ਹੈ ਸਜਾਊ। ਇੱਥੇ ਤੁਸੀਂ ਧਿਆਨਯੋਗ ਰੱਖਣਾ ਹੈ ਕਿ ਪਲਾਸੀ ਦਾ ਜਿਹੜਾ ਯੁੱਧ ਹੈ ਸਿਰਾਜੂਦੌਲਾ ਔਰ ਜਿਹੜਾ ਬਕਸਰ ਦਾ ਯੁੱਧ ਹੈ ਸੁਜਾਉਦੌਲਾ। ਉਹ ਆਪਾਂ ਹੁਣੇ ਕਲੀਅਰ ਕਰਦੇ ਹਾਂ ਕਿ ਜਿਹੜਾ ਯੁੱਧ ਹੈ ਕਿਹਨਾਂ ਵਿਚਕਾਰ ਹੋਇਆ। ਇੱਕ ਤਾਂ ਇੱਥੇ ਕੀ ਹੈਗਾ, ਬੰਗਾਲ ਦਾ ਨਵਾਬ ਕਿਹੜਾ ਹੈ, ਸੁਜਾਉਦੌਲਾ। ਠੀਕ ਹੈ ਜੀ। ਠੀਕ ਹੈ, ਇੱਕ ਇਹ ਹੈ। ਠੀਕ ਹੈ ਜੀ।
एक अवध का नवाब है। अवध का नवाब किहड़ा है जी? सॉरी थोड़ा रॉन्ग हो गया, माफ़ी चाहुंदा है। बंगाल का जो नवाब है वो हैगा मीर कासम, क्योंकि मीर कासम नूं गद्दी तो लाया जाता है, मीर कासम। और जो अवध का नवाब है उन्होंने कहते सजाओ दौला, ठीक है जी। और तीजा हैगा दिल्ली मुगल दरबार, जो कि दिल्ली का सम्राट है, मुगल सम्राट है शाह आलम द्वितीय। दिल्ली का जो दिल्ली सम्राट बैठा हुआ है वो हैगा है शाह आलम दूजा सैकड़ा, ठीक है जी। तो एक पासे दूसरे पासे कौन है? तो दूसरे पासे हैगे अंग्रेज़, ठीक है जी। दूसरे पासे जिहड़े अंग्रेज़ हैं, ठीक है। तो अंग्रेज़ों के विचों भी जिहड़ी है इस युद्ध की जिहड़ी अगवाई वो कौन कर रहा? हैक्टर मुनरो, हैक्टर मुनरो। इस युद्ध दे विच भी की हुंदा है, इस युद्ध दे विच भी जिहड़े है अंग्रेज़ है वो जेतू रह जाते हैं। अंग्रेज़ों की जिहड़ी की है वो जित हुंदी है। मीर कासम बंगाल का नवाब ते अवध का नवाब और शाह आलम, ये तिन्नों का जिहड़ा ग्रुप है वो फिर हार आ जाता है। इन्हां दीयां सेनावां जिहड़ियां वो हार जांदियां, जिस दे सिट्टे वजों मैं रफ कर लगा जी, जिस दे सिट्टे वजों 1765 दे विच इलाहाबाद दीयां संधियां आउंदियां है। इलाहाबाद दीयां संधियां जो कि एक बारी क्वेश्चन दे विच तां उहदियां सिंपल जे आम जेकर किसी ने डंगियाई नाल नहीं रीड किया तो उहदे विच इलाहाबाद की संधि लिख दिता जाता है कदों हुई है। पर इलाहाबाद दीयां संधियां वास्तविक दे विच दो इलाहाबाद दीयां जिहड़ियां वो संधियां होईयां है। जदों कि वो बक्सर का युद्ध है, बक्सर के युद्ध के जदों ये हार जाते हैं तो इलाहाबाद दीयां संधियां आउंदियां है। बक्सर के युद्ध के विच कदों 1764 तो बाद 1764 तो बाद 1765 विच 1765 दे विच इलाहाबाद की संधि, इलाहाबाद दी संधि जां दियां संधियां मतलब दो होंदियां है। इलाहाबाद दी संधि, चलो तुसीं एक ही लिख लो, इलाहाबाद की संधि। इलाहाबाद की संधि क्यों की जाती है, किहड़े कारणों करके जिहड़ी इलाहाबाद संधि की जिहड़ी है लोड़ पैंदी है? इसका कारण है कि बक्सर के युद्ध के मीर कासम अते अवध के नवाब सजाउद्दौला और दिल्ली दरबार के जो उस समय मुगल सम्राट है शाह आलम द्वितीय उन्हां दी हार हो जाती है। तो अंग्रेज़ों के नाल जिहड़ियां यकीन है संधियां करनियां पैंदियां। पहली संधि है जो कि 12 अगस्त 1765 नूं जो पहली संधि है वो शाह आलम के नाल कीती जाती है, जो दिल्ली दरबार दे विच मुगल सम्राट है शाह आलम द्वितीय। तो ये जिहड़ी संधि है, संधियां इलाहाबाद की संधि करने के लिए अंग्रेज़ों विचों अंग्रेज़ों वालों स्पैशल तौर पर लॉर्ड क्लाइव नूं बुला के इन्हां संधियां नूं कीता जाता है। पहली जिहड़ी 12 अगस्त नूं होई है हुंदी है शाह आलम दूजा अते बटवीन जिहड़ा हैगा है लॉर्ड क्लाइव, ठीक है जी। इस संधि दीयां शर्तां दे तहत अंग्रेज़ों नूं की प्राप्त होता है? अंग्रेज़ों नूं बंगाल, बिहार अते उड़ीसा की दीवानी प्राप्त होती है, दीवानी, ठीक है जी। बंगाल उस टाइम बंगाल दे विच ही बिहार ते उड़ीसा सी, लेकिन अज दे टाइम वखरा है।
ਠੀਕ ਹੈ ਜੀ। ਪਹਿਲੀ ਸੰਧੀ ਜਿਹੜੀ ਉਹ ਇਲਾਹਾਬਾਦ ਦੀ ਸੰਧੀ 12 ਅਗਸਤ 1765 ਦੇ ਵਿੱਚ ਹੁੰਦੀ ਹੈ। ਸ਼ਾਹ ਆਲਮ ਦੂਤੀਏ ਨਾਲ ਕੀਤੀ ਜਾਂਦੀ ਹੈ, ਜੋ ਕਿ ਮੁਗਲ ਦਰਬਾਰ ਦਿੱਲੀ ਦੇ ਵਿੱਚ ਸਮਰਾਟ ਹੈ, ਉਸ ਨਾਲ ਕੀਤੀ ਜਾਂਦੀ ਹੈ, ਕਿਉਂਕਿ ਬਕਸਰ ਦੇ ਯੁੱਧ ਦੇ ਵਿੱਚ ਉਸਨੇ ਵੀ ਭਾਗ ਲਿਆ ਸੀ। ਠੀਕ ਹੈ ਜੀ। ਔਰ ਜਿਹੜੀ ਦੂਜੀ ਸੰਧੀ ਹੈ ਇਲਾਹਾਬਾਦ ਦੀ, ਉਹ ਕੀਤੀ ਜਾਂਦੀ ਹੈ ਜੀ 16 ਅਗਸਤ 1765 ਦੇ ਵਿੱਚ ਜੀ। ਠੀਕ ਹੈ ਜੀ। ਇਹ ਜਿਹੜੀ ਹੈ ਸੰਧੀ ਹੈ, ਇਹ ਸੰਧੀ ਹੈ ਸਜਾਊ ਦੌਲਾ, ਜੋ ਕਿ ਅਵਧ ਦਾ ਨਵਾਬ ਹੈ। ਸਜਾਊ ਦੌਲਾ ਤੇ ਵਿਚਕਾਰ ਕਿਹਦੇ ਹੁੰਦੀ ਹੈ? ਲਾਰਡ ਕਲਾਈਵ। ਠੀਕ ਹੈ ਜੀ। ਇਹ ਸੰਧੀ ਦੇ ਨਾਲ ਜਿਹੜਾ ਅੰਗਰੇਜ਼ਾਂ ਨੂੰ ਸਜਾਊ ਦੌਲਾ, ਜੋ ਕਿ ਅਵਧ ਦਾ ਨਵਾਬ ਹੈ, ਬ੍ਰੈਕਟ 'ਚ ਲਿਖ ਲਓ ਅਵਧ ਦਾ। ਠੀਕ ਹੈ ਜੀ। ਇਸ ਸੰਧੀ ਦੇ ਰਾਹੀਂ ਜਿਹੜੀ ਸੈਕੰਡ ਸੰਧੀ ਹੈ, ਇਹਦੇ ਵਿੱਚ ਜਿਹੜੀ ਕੰਪਨੀ ਹੈ ਉਹਨੂੰ ਮੁਫਤ ਵਪਾਰ ਕਰਨ ਦਾ ਅਵਧ ਦੇ ਖੇਤਰ ਦੇ ਵਿੱਚ ਅਧਿਕਾਰ ਮਿਲ ਜਾਂਦਾ ਹੈ। ਕਿ ਸਜਾਊ ਦੌਲਾ ਨਾਲ ਇਹ ਸ਼ਰਤ ਤੈਅ ਹੋ ਜਾਂਦੀ ਹੈ ਕਿ ਅਸੀਂ ਤੇਰੇ ਖੇਤਰ ਦੇ ਵਿੱਚ, ਅੰਗਰੇਜ਼ ਕਹਿੰਦੇ ਆ ਕਿ ਮੁਫਤ ਦੇ ਵਿੱਚ ਵਪਾਰ ਕਰਾਂਗੇ, ਕੋਈ ਕਰ ਨਾ ਦੇਵਾਂਗੇ, ਕੋਈ ਵੀ ਕਿਸੇ ਤਰ੍ਹਾਂ ਦਾ ਟੈਕਸ ਜਿਹੜਾ ਕਿ ਅੰਗਰੇਜ਼ ਨਹੀਂ ਦਿੰਦੇ। ਤਾਂ ਕੰਪਨੀ ਨੂੰ ਕੀ ਲਾਭ ਹੁੰਦਾ ਹੈ? ਕੰਪਨੀ ਨੂੰ ਜਿਹੜਾ ਲਾਭ ਹੁੰਦਾ ਹੈ, ਅਵਧ ਦੇ ਖੇਤਰ ਵਿੱਚ, ਅਵਧ ਦੇ ਵਿੱਚ ਮੁਫਤ ਵਪਾਰ। ਠੀਕ ਹੈ ਜੀ। ਮੁਫਤ ਵਪਾਰ ਜਿਹੜਾ ਕਰਨ ਦੀ ਉਹ ਆਗਿਆ ਜਿਹੜੀ ਹੈ ਅਵਧ ਦੇ ਖੇਤਰ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਇਹ ਤਾਂ ਹੋ ਗਈ ਅਵਧ ਦੇ ਨਾਲ। ਠੀਕ ਹੈ ਜੀ। ਅਵਧ ਦੇ ਨਵਾਬ ਨੇ ਇੱਕ ਭਾਗ ਲਿਆ ਸੀਗਾ, ਇੱਕ ਸ਼ਾਹ ਆਲਮ ਦਿੱਲੀ ਦਰਬਾਰ ਦੇ। ਇਹਨਾਂ ਦੋਨਾਂ ਨਾਲ ਤਾਂ ਇਹ ਚੀਜ਼ਾਂ ਹੋ ਗਈਆਂ, ਲੇਕਿਨ ਤੁਸੀਂ ਜਾਣਦੇ ਹੋ ਕਿ ਬੰਗਾਲ ਦਾ ਨਵਾਬ ਸੀਗਾ ਮੀਰ ਕਾਸਮ। ਮੀਰ ਕਾਸਮ ਦੇ ਨਾਲ ਜੋ ਕਿ ਲਾਰਡ ਕਲਾਈਵ ਵੱਲੋਂ ਜੋ ਗੰਢ ਸੱਟ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਹੈ ਦੋਹਰਾ ਸ਼ਾਸਨ। ਠੀਕ ਹੈ ਜੀ। ਡਬਲ ਸਿਸਟਮ, ਡਬਲ ਸਿਸਟਮ। ਠੀਕ ਹੈ ਜੀ। ਜਿਹਨੂੰ ਕੀ ਕਹਿੰਦੇ ਆ ਕਿ ਪੰਜਾਬੀ ਦੋਹਰਾ ਸ਼ਾਸਨ, ਦੋਹਰਾ ਸ਼ਾਸਨ। ਠੀਕ ਹੈ। ਠੀਕ ਹੈ। ਦੇਖੋ, ਦੋਹਰਾ ਸ਼ਾਸਨ ਦਾ ਮਤਲਬ ਹੈ ਕਿ ਇੱਕ ਰਾਜ ਖੇਤਰ ਦੇ ਅੰਦਰ ਸ਼ਕਤੀਆਂ ਦੀ ਵੰਡ ਹੋਣਾ, ਚਾਹੇ ਪ੍ਰਸ਼ਾਸਨਿਕ ਕੰਮਾਂ ਦੀ ਹੈ, ਚਾਹੇ ਰਾਜ ਦੇ ਖੇਤਰ ਵਿੱਚ ਇੱਕ ਵਿਅਕਤੀ ਜਿੱਥੇ ਕਿ ਸਮਰਾਟ ਕੰਮ ਕਰਦਾ, ਉੱਥੇ ਦੋ ਸ਼ਕਤੀਆਂ ਦਾ ਕੰਮ ਕਰਨਾ, ਦੋ ਵਿਅਕਤੀਆਂ ਦੁਆਰਾ ਕੰਮ ਕੀਤਾ, ਉਹਨੂੰ ਦੋਹਰਾ ਸ਼ਾਸਨ। ਤੇ ਦੋਹਰਾ ਸ਼ਾਸਨ ਦਾ ਜੋ ਜਨਕ ਹੈ, ਦੋਹਰਾ ਸ਼ਾਸਨ ਦਾ ਜਨਕ ਦੋਹਰੇ ਸ਼ਾਸਨ ਦਾ ਜਨਕ ਹੈ, ਉਹ ਹੈਗਾ ਹੈ ਜੀ ਲਿਓਨਿਲ ਕਾਰਟਿਸ। ਠੀਕ ਹੈ ਜੀ। ਲਿਓਨਲ ਕਾਰਟਿਸ। ਠੀਕ ਹੈ ਜੀ। ਲੇਕਿਨ ਆਪਾਂ ਦੇਖਦੇ ਹਾਂ ਕਿ ਬਕਸਰ ਦੇ ਯੁੱਧ ਤੋਂ ਬਾਅਦ ਜੋ ਕਿ ਮੀਰ ਕਾਸਮ ਸੀ, ਬੰਗਾਲ ਦਾ ਨਵਾਬ ਸੀ, ਤਾਂ ਫਿਰ 1765 ਦੇ ਵਿੱਚ ਲਾਰਡ ਕਲਾਈਵ ਵੱਲੋਂ ਜਿਹੜਾ ਹੈ ਬੰਗਾਲ ਦੇ ਵਿੱਚ ਦੋਹਰਾ ਸ਼ਾਸਨ ਸ਼ੁਰੂ ਕੀਤਾ ਜਾਂਦਾ। ਲਾਰਡ ਕਲਾਈਵ 1765 ਦੇ ਵਿੱਚ। ਠੀਕ ਹੈ। 1765 ਦੇ ਵਿੱਚ ਦੋਹਰਾ ਸ਼ਾਸਨ ਜਿਹੜਾ ਕਿ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ, ਜੋ ਕਿ 1772 ਈਸਵੀ ਤੱਕ ਚੱਲਦਾ ਹੈ। ਠੀਕ ਹੈ ਜੀ। ਸ਼ੁਰੂ ਕਿਹਨੇ ਕੀਤਾ? ਇਹ ਲਾਰਡ ਕਲਾਈਵ ਦੁਆਰਾ ਕੀਤਾ ਜਾਂਦਾ ਹੈ। ਔਰ ਐਂਡ ਜਿਹੜਾ ਇਹਦਾ ਕਿਹਨੇ ਕੀਤਾ ਹੈ ਜੀ? ਵਾਰਨ ਹੈਸਟਿੰਗ ਨੇ ਇਹਨੂੰ ਖਤਮ ਕੀਤਾ ਹੈ ਜੀ। ਵਾਰਨ ਹੈਸਟਿੰਗ। ਠੀਕ ਹੈ ਜੀ। 1765 ਦੇ ਵਿੱਚ ਜਦੋਂ ਬੰਗਾਲ ਦੇ ਵਿੱਚ ਦੋਹਰਾ ਸ਼ਾਸਨ ਕੀਤਾ ਜਾਂਦਾ ਹੈ, ਤਾਂ ਜਿਹੜਾ ਨਵਾਬ ਹੁੰਦਾ ਹੈ ਬੰਗਾਲ ਦਾ, ਨਵਾਬ ਨੂੰ ਸਿਰਫ ਨਵਾਬ ਦੇ ਜਿਹੜਾ ਪਹਿਲਾ ਕੰਮ ਸੀਗਾ ਕਿ ਉਹ ਪੈਸੇ ਦਾ ਲੈਣ ਦੇਣ ਵੀ ਕਰਦਾ ਸੀਗਾ, ਔਰ ਲੋਕਾਂ ਦੇ ਲੋਕ ਕਲਿਆਣ ਦੇ ਕੰਮ ਵੀ ਕਰਦਾ ਸੀਗਾ।
ਲੇਕਿਨ ਜਦੋਂ ਦੋਹਰਾ ਸ਼ਾਸਨ ਆ ਜਾਂਦਾ ਹੈ ਤਾਂ ਨਵਾਬ ਦੇ ਜਿਹੜੇ ਕੰਮ ਹੈ, ਕੰਮਾਂ ਦੇ ਵਿੱਚ ਰੁਕਾਵਟ ਪੈ ਜਾਂਦੀ ਹੈ। ਅੰਗਰੇਜ਼ ਕੀ ਕਰਦੇ ਹੈ ਕਿ ਦੋਹਰੇ ਸ਼ਾਸਨ ਦੇ ਅੰਤਰਗਤ ਨਵਾਬ ਨੂੰ ਜੋ ਕੰਮ ਮਿਲਦੇ ਉਹ ਜਨਤਕ ਮਤਲਬ ਵੀ ਕਲਿਆਣ ਦੇ ਕੰਮ, ਜਨਤਕ ਕੰਮ, ਕੋਈ ਹਸਪਤਾਲ ਬਣਾਉਣਾ, ਕੋਈ ਸਕੂਲ ਚਾਹੇ ਕੋਈ ਸਮਾਜਿਕ ਕਲਿਆਣ ਦੇ ਕੰਮ ਜਿਹੜੇ ਉਹ ਰਾਜਾ ਕਰਦਾ, ਨਵਾਬ ਕਰਦਾ ਜਾਂ ਰਾਜਾ ਕਰਦਾ। ਤਾਂ ਅੰਗਰੇਜ਼ ਜਿਹੜੇ ਆ ਉਹ ਕੀ ਕਰਦੇ ਹੈ, ਜਦੋਂ 1 ਨੰਬਰ 'ਤੇ ਤਾਂ ਨਵਾਬ ਹੋ ਗਿਆ, ਦੂਜੇ ਨੰਬਰ 'ਤੇ ਜਦੋਂ ਦੋਹਰਾ ਸ਼ਾਸਨ ਲਾਗੂ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜੇ ਅੰਗਰੇਜ਼ ਹੈ ਉਹ ਦੀਵਾਨੀ ਨਾਲ ਰਿਲੇਟਡ, ਦੀਵਾਨੀ ਦਾ ਮਤਲਬ ਹੁੰਦਾ ਪੈਸੇ, ਕਰਾਂ, ਜਾਣੀ ਕਿ ਵਿੱਤ ਨਾਲ ਰਿਲੇਟਡ ਜੋ ਵੀ ਚੀਜ਼ਾਂ ਹੈ, ਕੰਮ, ਪੈਸੇ ਦਾ ਦੇਣ ਲੈਣ, ਉਹ ਸਾਰਾ ਦੇਖ ਰੇਖ ਹੈ ਆਪਣੇ ਹੇਠ ਰੱਖਦੇ ਹੈ। ਠੀਕ ਹੈ ਜੀ, ਜਿਸ ਦੇ ਨਾਲ ਨਵਾਬ ਨੂੰ ਆਪਣੇ ਸ਼ਾਸਨ ਚਲਾਉਣ ਦੇ ਵਿੱਚ ਦਿੱਕਤ ਆਉਂਦੀ ਹੈ। ਦੂਸਰਾ ਕਿ ਜਿੱਥੇ ਕਿ ਨਵਾਬ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀਗਾ, ਉੱਥੇ ਹੀ ਨਵਾਬ ਜਿਹੜਾ ਹੈ ਉਹ ਕੁਝ ਕੰਮ ਜਿਹੜੇ ਹੈ ਅੰਗਰੇਜ਼ਾਂ ਤੋਂ ਪੁੱਛ ਕੇ, ਪੈਸੇ ਵਿੱਤੀ ਦੇ ਕੰਮ ਹੈ, ਜੋ ਵੀ ਕੰਮ ਜਨਤਾ ਦੇ ਭਲੇ ਦੇ ਕਰੇਗਾ ਉਹਦੇ ਲਈ ਪੈਸਾ ਤਾਂ ਵਸੂਲ ਹੋਏਗਾ ਹੀ, ਅਤੇ ਉਹ ਪੈਸਾ ਲੱਗੇਗਾ ਜਿਹੜਾ ਜੋ ਵੀ ਹੈ ਉਹ ਅੰਗਰੇਜ਼ਾਂ ਦੇ ਅਧੀਨ ਆ ਜਾਂਦਾ ਹੈ। ਜਿਸ ਦੇ ਨਾਲ ਕੀ ਹੁੰਦਾ ਹੈ ਕਿ ਬੰਗਾਲ ਦੇ ਵਿੱਚ ਵਿਦਰੋਹ, ਬਗਾਵਤਾਂ ਸ਼ੁਰੂ ਹੋਣੀਆਂ ਹੋ ਜਾਂਦੀਆਂ ਹੈ, ਜਿਸ ਦੇ ਸਿੱਟੇ ਵਜੋਂ ਵਾਰਨਿੰਗ ਹੈਸਟਿੰਗ ਆਉਂਦਾ ਹੈ ਤਾਂ ਉਹ 1772 ਦੇ ਵਿੱਚ ਜਿਹੜਾ ਦੋਹਰਾ ਸ਼ਾਸਨ ਹੈ ਉਸ ਨੂੰ ਖਤਮ ਕਰ ਦਿੰਦਾ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਦੋਹਰੇ ਸ਼ਾਸਨ ਦੇ ਵਿੱਚ ਜਿਹੜੀ ਕੰਪਨੀ ਹੈ ਉਹ ਕੰਮ ਕਰ ਰਹੀ ਹੈ। ਤੁਸੀਂ ਸਮਝ ਲਓ ਇੱਕ ਅੰਗਰੇਜ਼ ਜਾਂ ਕੰਪਨੀ ਹੈ, ਵੀ ਕੰਪਨੀ ਜੋ ਹੈ ਉਹ ਆ ਜਾਂਦੀ ਹੈ ਬੰਗਾਲ ਦੇ ਵਿੱਚ। ਦੋਹਰਾ ਸ਼ਾਸਨ ਹੋਣ ਦੇ ਬਾਵਜੂਦ ਵੀ ਕੰਪਨੀ ਨੂੰ ਕੋਈ ਵੀ ਜ਼ਿਆਦਾ ਫਾਇਦਾ ਨਹੀਂ ਹੁੰਦਾ, ਫਿਰ ਵੀ ਕੰਪਨੀ ਘਾਟੇ ਵਿੱਚ ਜਾ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਕੰਪਨੀ ਦੇ ਜੋ ਕਰਮਚਾਰੀ ਹੈ ਦੀਵਾਨੀ ਦਾ ਜਾਂ ਵਿੱਤ ਦਾ ਕੰਮ ਕਰ ਰਹੇ ਉਹ ਸਾਰੇ ਭ੍ਰਿਸ਼ਟ ਹੋ ਜਾਂਦੇ ਨੇ, ਔਰ ਭ੍ਰਿਸ਼ਟ ਹੋਣ ਦੇ ਕਾਰਨ ਜਿਹੜਾ ਕਿ ਕੰਪਨੀ ਘਾਟੇ ਵਿੱਚ ਜਾ ਰਹੀ ਹੈ। ਤਾਂ ਕੰਪਨੀ ਕੀ ਕਰਦੀ ਹੈ ਕਿ ਕੰਪਨੀ ਫਿਰ ਬ੍ਰਿਟੇਨ ਦੇ ਵਿੱਚ ਜਾਂਦੀ ਹੈ, ਕਿਉਂਕਿ ਬ੍ਰਿਟੇਨ ਦੀ ਕੰਪਨੀ ਹੈ। ਉਹ ਬ੍ਰਿਟੇਨ ਸਰਕਾਰ ਤੋਂ ਲੋਨ ਦੀ ਮੰਗ ਕਰਦੀ ਹੈ ਕਿ ਸਾਨੂੰ ਕਰਜ਼ਾ ਦਿੱਤਾ ਜਾਵੇ, ਸਾਨੂੰ ਭਾਰਤ ਦੇ ਵਿੱਚ ਬਹੁਤ ਘਾਟਾ ਪੈ ਰਿਹਾ ਹੈ। ਲੇਕਿਨ ਵਾਸਤਵ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਬ੍ਰਿਟੇਨ ਦੀ ਸਰਕਾਰ ਇਸ ਸਭ ਚੀਜ਼ਾਂ ਨੂੰ ਦੇਖਦੀ ਹੈ ਕਿ 1600 ਈਸਵੀ ਤੋਂ ਲੈ ਕੇ ਉਹ ਭਾਰਤ ਦੇ ਨਾਲ ਵਪਾਰ ਕਰਦੇ ਆ ਰਹੇ ਨੇ, ਲੇਕਿਨ ਉਹਨਾਂ ਨੂੰ ਇੱਕਦਮ ਇੱਥੇ ਘਾਟਾ ਕਿਸ ਗੱਲ ਦਾ ਪੈ ਰਿਹਾ ਹੈ। ਉਹ ਸਭ ਇਹਨਾਂ ਚੀਜ਼ਾਂ ਨੂੰ ਜਾਣਨ ਦੇ ਲਈ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਹੈ ਉਹ ਲੈ ਕੇ ਆਉਂਦੀ ਹੈ, ਜਿਸ ਵਿੱਚ ਉਹ ਕੰਪਨੀ 'ਤੇ ਕੰਟਰੋਲ ਕਰਦੀ ਹੈ। ਕੰਪਨੀ 'ਤੇ ਪਹਿਲੀ ਵਾਰੀ ਕੰਟਰੋਲ ਜਿਹੜਾ ਉਹ 1773 ਦਾ ਜਿਹੜਾ ਉਹ ਰੈਗੂਲੇਟਿੰਗ ਐਕਟ ਹੈ ਉਹਦੇ ਰਾਹੀਂ ਕੀਤਾ ਜਾਂਦਾ ਹੈ। ਰੈਗੂਲੇਟਿੰਗ ਐਕਟ ਫਿਰ ਰੈਗੂਲੇਟਿੰਗ ਐਕਟ ਦੇ ਤਹਿਤ ਹੀ ਕੰਪਨੀ ਦੇ ਕੰਮਾਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਔਰ ਫਿਰ ਆਪਾਂ ਦੇਖਾਂਗੇ ਕਿ ਜੋ ਇਹ ਰੈਗੂਲੇਟਿੰਗ ਐਕਟ ਹੈ ਉਹਦੇ ਵਿੱਚ ਕੰਪਨੀ ਉੱਤੇ ਕੀ ਪਾਬੰਦੀਆਂ ਲਾਈਆਂ ਜਾਂਦੀਆਂ ਨੇ, ਉਹ ਸਾਰੀਆਂ ਜਿਹੜੀਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਸੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਸ ਵੀਡੀਓ ਦੇ ਰਾਹੀਂ ਕੁਝ ਨਵਾਂ ਸਿੱਖਣ ਨੂੰ, ਕੁਝ ਤੁਹਾਡੇ ਕੁਝ ਪੁਆਇੰਟ, ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ। ਸੋ ਇਸੇ ਆਸ ਦੇ ਨਾਲ ਹੁਣ ਮੈਂ ਨੈਕਸਟ ਵੀਡੀਓ ਜਿਹੜੀ ਹੈ 1773 ਦੇ ਰੈਗੂਲੇਟਿੰਗ ਐਕਟ ਦੀ ਉਹ ਬਹੁਤ ਜਲਦ ਹੀ ਤੁਹਾਡੇ ਨਾਲ ਸਾਂਝੀ ਕਰਾਂਗਾ। ਸੋ ਬਹੁਤ ਬਹੁਤ ਧੰਨਵਾਦ।